Good morning, everyone. BCom first year, English compulsory, chapter number 3, Engine Trouble, written by R.K. Narayan. Let's start our lesson. Firstly, we will read its introduction, then, we will read its summary and theme. R.K. Narayan's Engine Trouble is a humorous essay. ਆਰ ਕੇ ਨਾਰਾਇਣ ਦੇ ਲਿਖਿਆ ਹੋਇਆ ਇੰਜਨ ਟਰੈਬਲ ਇਹ ਇੱਕ ਹਿਊਮਰਸ ਐਸੇ ਹੈ, ਮਤਲਬ ਇੱਕ ਸਟਾਇਰ ਹੈ, ਇੱਕ ਵਿਅੰਗ ਹੈ, ਆਪਾਂ ਕਹਿ ਸਕਦੇ ਹਾਂ ਕਮੈਂਟ ਹੈ ਅੱਜ ਦੀ ਇਸ ਸੁਸਾਇਟੀ 'ਤੇ। ਇਟ ਪ੍ਰਜੈਂਟਸ ਦ ਆਈਡੀਆ that sometimes in human affair an event that should bring happiness and contentment brings pain and sorrow। ਇਹਦੇ ਵਿੱਚ ਆਪਾਂ ਨੂੰ ਇਹ ਆਈਡੀਆ ਦੱਸਿਆ ਗਿਆ ਹੈ ਕਿ ਕਈ ਵਾਰ ਕੋਈ ਅਜਿਹੀ ਘਟਨਾ ਵੀ ਹੋ ਜਾਂਦੀ ਹੈ ਮਨੁੱਖ ਦੀ ਜੀਵਨ ਦੇ ਵਿੱਚ ਜੋ ਕਿ ਖੁਸ਼ੀਆਂ ਔਰ ਸੰਤੁਸ਼ਟੀ ਦੀ ਬਜਾਏ ਦਰਦ ਔਰ ਤਕਲੀਫ ਲੈ ਕੇ ਆਉਂਦੀ ਹੈ। ਦ ਨਰੇਟਰ ਵਿਨਸ ਅ ਰੋਡ ਇੰਜਨ ਐਜ਼ ਹਿਜ਼ ਲੋਟਰੀ ਪ੍ਰਾਈਜ਼। ਜੋ ਇਸ ਸਟੋਰੀ ਦੇ ਵਿੱਚ ਨਰੇਟਰ ਹੈ ਉਹਨੂੰ ਇੱਕ ਲੋਟਰੀ ਦੇ ਪ੍ਰਾਈਜ਼ ਦੇ ਵਿੱਚ ਇੱਕ ਰੋਡ ਇੰਜਨ ਮਿਲਦਾ ਹੈ। ਕਾਫੀ ਹੈਵੀ ਹੁੰਦਾ ਰੋਡ ਇੰਜਨ ਜੋ ਕਿ ਸਿਰਫ ਰੋਡ ਦੇ ਉੱਤੇ ਹੀ ਚੱਲਦਾ ਹੈ। ਹੀ ਡਰੀਮਸ ਆਫ ਅਰਨਿੰਗ ਅ ਗੁੱਡ ਅਮਾਊਂਟ ਬਾਈ ਸੈਲਿੰਗ ਇਟ। ਉਹਨੂੰ ਉਹ ਸੁਪਨੇ ਲੈਂਦਾ ਹੈ ਕਿ ਇਸ ਨੂੰ ਵੇਚ ਕੇ ਮੈਂ ਕਾਫੀ ਜ਼ਿਆਦਾ ਪੈਸੇ ਅਰਨ ਕਰੂੰਗਾ। ਹੀ ਥਿੰਕਸ ਦੈਟ ਇਟ ਵਿਲ ਐਂਡ ਹਿਜ਼ ਪੋਵਰਟੀ। ਉਹ ਸੋਚਦਾ ਹੈ ਕਿ ਇਸ ਦੇ ਨਾਲ ਉਸਦੀ ਜੋ ਗਰੀਬੀ ਹੈ ਉਹ ਖਤਮ ਹੋ ਜੂਗੀ। ਬਟ ਦ ਪ੍ਰਾਈਜ਼ ਕੋਜ਼ ਹਿਮ ਅ ਲੋਟ ਆਫ ਟਰਬਲ। ਪਰ ਇਹ ਜਿਹੜਾ ਲੋਟਰੀ ਪ੍ਰਾਈਜ਼ ਹੈ ਉਹਦੇ ਲਈ ਕਾਫੀ ਮੁਸੀਬਤਾਂ ਲੈ ਕੇ ਆਉਂਦਾ ਹੈ। ਇਟ ਪੁੱਟਸ ਹਿਮ ਇਨ ਗ੍ਰੇਟ ਫਾਈਨੈਂਸ਼ੀਅਲ ਡਿਫੀਕਲਟੀਜ਼। ਉਸਦੀ ਵਜ੍ਹਾ ਨਾਲ ਉਹਨੂੰ ਕਾਫੀ ਫਾਈਨੈਂਸ਼ੀਅਲ ਪ੍ਰੋਬਲਮਸ ਵੀ ਹੁੰਦੀਆਂ ਨੇ। ਹੀ ਬਿਕਮਸ ਅ ਲਾਫਿੰਗ ਸਟੌਕ ਫॉर ਦ ਪੀਪਲ। ਲੋਕਾਂ ਲਈ ਉਹ ਇੱਕ ਹਾਸੀ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ। ਬਟ ਲਕਲੀ ਨੇਚਰ ਕਮਸ ਟੂ ਹਿਜ਼ ਹੈਲਪ। ਪਰ ਉਹਦੀ ਕਿਸਮਤ ਚੰਗੀ ਹੁੰਦੀ ਹੈ ਕਿ ਜੋ ਨੇਚਰ ਹੈ ਕੁਦਰਤ ਹੈ ਉਹ ਉਹਦੀ ਹੈਲਪ ਲਈ ਆਉਂਦੀ ਹੈ। ਐਨ ਅਰਥਕੁਏਕ ਰੋਲਸ ਦਾ ਇੰਜਨ ਇਨਟੂ ਅ ਵੈਲ। ਇੱਕ ਤੂਫਾਨ ਇੱਕ ਅਰਥਕੁਏਕ ਆਉਂਦਾ ਹੈ ਜਿਹਦੀ ਵਜ੍ਹਾ ਨਾਲ ਉਹ ਰੋਡ ਇੰਜਨ ਇੱਕ ਖੂਹ ਦੇ ਵਿੱਚ ਗਿਰ ਜਾਂਦਾ ਹੈ। ਦ ਓਨਰ ਆਫ ਦਾ ਵੈਲ ਫੀਲ ਗ੍ਰੇਟਫੁਲ। ਜੋ ਉਸ ਖੂਹ ਦਾ ਮਾਲਿਕ ਹੁੰਦਾ ਹੈ ਉਹ ਉਹਦਾ ਧੰਨਵਾਦ ਕਰਦਾ ਹੈ। ਐਂਡ ਪੇ ਸਮ ਮਨੀ ਆਲਸੋ ਟੂ ਦਾ ਨਰੇਟਰ। ਔਰ ਬਦਲੇ ਦੇ ਵਿੱਚ ਉਸਨੂੰ ਕੁਝ ਪੈਸੇ ਵੀ ਦਿੰਦਾ ਹੈ। ਦ ਹੋਲ ਡਿਸਕ੍ਰਿਪਸ਼ਨ ਇਜ਼ ਫੁੱਲ ਆਫ ਹਿਊਮਰ। ਜੋ ਪੂਰਾ ਇਸ ਸਟੋਰੀ ਦਾ ਡਿਸਕ੍ਰਿਪਸ਼ਨ ਹੈ ਉਹ ਪੂਰਾ ਹਿਊਮਰਸ ਹੈ, ਮਤਲਬ ਕਿ ਆਪਾਂ ਨੂੰ ਹਸਾਉਣ ਵਾਲਾ ਹੈ। ਇਟ ਇਜ਼ ਹਿਊਮਰ ਦੈਟ ਅਰਾਈਜ਼ ਆਊਟ ਆਫ ਏ ਸਿਚੁਏਸ਼ਨ। ਅਜਿਹੀਆਂ ਬਹੁਤ ਸਿਚੁਏਸ਼ਨਸ ਨੇ ਇਸ ਸਟੋਰੀ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਇਹ ਹਿਊਮਰ ਸਾਹਮਣੇ ਆਉਂਦਾ ਹੈ। ਲੈਟਸ ਸਟਾਰਟ ਇਟਸ ਸਮਰੀ। In the town where the narrator lived, there came a showman। ਜਿਹੜੇ ਸ਼ਹਿਰ ਦੇ ਵਿੱਚ ਨਰੇਟਰ ਰਹਿੰਦਾ ਹੈ ਉੱਥੇ ਇੱਕ ਸ਼ੋਮੈਨ ਯਾਨੀ ਕਿ ਕੋਈ ਸਰਕਸ ਕੰਪਨੀ ਦਾ ਕੋਈ ਆਉਂਦਾ ਹੈ। ਹੀ ਵਾਜ਼ ਦਾ ਪ੍ਰੋਪਰੀਏਟਰ ਆਫ ਗੈਟੀਲੈਂਡ ਅ ਗੈਂਬਲਿੰਗ ਕੰਪਨੀ। ਉਹ ਗੈਟੀਲੈਂਡ ਇੱਕ ਗੈਂਬਲਿੰਗ ਕੰਪਨੀ ਹੈ, ਇੱਕ ਜੂਆ ਵਾਲੀ ਕੰਪਨੀ ਹੈ, ਜੂਆ ਖੇਡਣ ਵਾਲੀ ਉਹਦਾ ਮਾਲਿਕ ਹੈ। ਹੀ ਸੈਟ ਅਪ ਹਿਜ਼ ਡਿਫਰੈਂਟ ਸਟਾਲਸ ਇਨ ਦਾ ਜਿਮਖਾਨਾ ਗਰਾਊਂਡਸ ਟੂ ਗਿਵ ਫਨ ਐਂਡ ਇੰਟਰਟੇਨਮੈਂਟ ਟੂ ਦਾ ਪੀਪਲ। ਉਹ ਆਪਣੀ ਡਿਫਰੈਂਟ ਸਟੋਲ ਸੈੱਟ ਕਰਦਾ ਹੈ ਜਿਮਖਾਨਾ ਗਰਾਊਂਡ ਦੇ ਵਿੱਚ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਇੰਟਰਟੇਨਮੈਂਟ ਦੇਣ ਲਈ। Some of the attractions of this show were parrots performing various tricks and motorcyclists racing through the dome of death। ਇਸ ਦੇ ਵਿੱਚ ਕੁਝ ਅਟਰੈਕਸ਼ਨ ਦਾ ਕੇਂਦਰ ਜੋ ਸ਼ੋਅ ਨੇ ਉਹਨਾਂ ਵਿੱਚੋਂ ਇੱਕ ਪੈਰਟਸ ਦਾ ਸ਼ੋਅ ਹੈ ਜੋ ਕਿ ਡਿਫਰੈਂਟ ਟ੍ਰਿਕਸ ਨੂੰ ਪਰਫੋਰਮ ਕਰ ਰਹੇ ਨੇ। ਔਰ ਦੂਸਰਾ ਮੌਤ ਦੇ ਕੂਏ ਦੇ ਵਿੱਚ ਸਾਈਕਲ ਚਲਾਉਣ ਵਾਲਿਆਂ ਦੀ ਰੇਸ। ਦੇਅਰ ਵਰ ਲੋਟਰੀਜ਼ ਐਂਡ ਸ਼ੂਟਿੰਗ ਗੈਲਰੀਜ਼। ਕਈ ਜਗ੍ਹਾ ਦੇ ਉੱਤੇ ਲੋਟਰੀਜ਼ ਲੱਗੀਆਂ ਹੋਈਆਂ ਨੇ ਲੋਟਰੀਜ਼ ਦੇ ਪ੍ਰਾਈਜ਼ ਜਿੱਤਣ ਵਾਸਤੇ, ਔਰ ਕਈ ਜਗ੍ਹਾ ਦੇ ਉੱਤੇ ਸ਼ੂਟਿੰਗ ਗੈਲਰੀਜ਼ ਵੀ। ਬਾਈ ਸਪੈਂਡਿੰਗ ਅ ਫਿਊ ਆਨਾਜ਼ ਵਨ ਕੁਡ ਟੇਕ ਪਾਰਟ ਇਨ ਦੀ ਸਕਿੱਲ ਗੇਮਸ। ਸਿਰਫ ਇੱਕ ਆਨਾ ਪੇ ਕਰਕੇ ਜਾਂ ਕੁਝ ਆਨੇਜ਼ ਪੇ ਕਰਕੇ ਕੋਈ ਵੀ ਉਹਨਾਂ ਗੇਮਸ ਦੇ ਵਿੱਚ ਪਾਰਟੀਸਪੇਟ ਕਰ ਸਕਦਾ ਹੈ। ਐਂਡ ਵਿਨ ਅ 100 ਰੁਪੀਜ਼। ਔਰ ਕਮ ਸੇ ਕਮ 100 ਰੁਪਇਆ ਮਤਲਬ ਜਿੱਤ ਸਕਦਾ ਹੈ। ਦ ਨਰੇਟਰ ਪਰਚੇਜ਼ਡ ਅ ਵਿਨਿੰਗ ਟਿਕਟ।
नरेटर ने भी एक विनिंग टिकट जीती एंड गोट अ रोड इंजन एज हिज प्राइज़, और बदले ਦੇ ਵਿੱਚ ਉਹਨੂੰ ਇੱਕ ਰੋਡ ਇੰਜਨ ਇਨਾਮ ਵਿੱਚ ਮਿਲਿਆ। The prize however caused the narrator much convenience, ਲੇਕਿਨ ਉਹ ਪ੍ਰਾਈਜ਼ ਜੋ ਉਸਨੇ ਜਿੱਤਿਆ ਉਹ ਉਹਦੇ ਲਈ ਕਾਫੀ ਪ੍ਰੋਬਲਮਸ ਲੈ ਕੇ ਆਇਆ। ਐਟ ਫਸਟ ਹੀ ਫੈਲਟ ਹੈਪੀ, ਪਹਿਲਾਂ ਤਾਂ ਪ੍ਰਾਈਜ਼ ਜਿੱਤ ਕੇ ਉਹਨੂੰ ਕਾਫੀ ਖੁਸ਼ੀ ਹੋਈ ਐਂਡ ਡਰੀਮਡ ਆਫ ਅ ਹੈਂਡਸਮ ਅਮਾਊਂਟ ਬਾਈ ਸੈਲਿੰਗ ਇਟ, ਔਰ ਉਹ ਸੁਪਨਾ ਵੇਖਣ ਲੱਗਿਆ ਕਿ ਇਸ ਨੂੰ ਵੇਚ ਕੇ ਮੈਨੂੰ ਕਾਫੀ ਅੱਛੀ ਅਮਾਊਂਟ ਮਿਲ ਜੂਗੀ। ਫਰੈਂਡਸ ਆਫ ਦਾ ਨਰੇਟਰ ਕੇਮ ਟੂ ਕੰਗ੍ਰੈਚੂਲੇਟ ਹਿਮ, ਉਹਦੇ ਕੁਝ ਦੋਸਤ ਵੀ ਉਹਨੂੰ ਵਧਾਈਆਂ ਦੇਣ ਲਈ ਆਏ। ਦੇ ਸਜੈਸਟਡ ਦੈਟ ਹੀ ਕੁਡ ਗੈਟ ਥਾਊਜ਼ੈਂਡਸ ਆਫ ਰੁਪੀਜ਼ ਬਾਈ ਸੈਲਿੰਗ ਦਾ ਇੰਜਨ, ਉਹਨਾਂ ਨੇ ਉਸਨੂੰ ਸੁਜੈਸਟ ਕੀਤਾ ਕਿ ਇਸ ਇੰਜਨ ਨੂੰ ਵੇਚ ਕੇ ਤੈਨੂੰ ਹਜ਼ਾਰਾਂ ਰੁਪਏ ਮਿਲ ਸਕਦੇ ਨੇ। He went to the gymkhana ground every day to inspect the engine, but ਉਹਦੀ ਪ੍ਰੋਬਲਮ ਸ਼ੁਰੂ ਹੋਈਆਂ ਜਦੋਂ ਉਸਨੂੰ ਉਸ ਇੰਜਨ ਦੀ ਕੇਅਰ ਕਰਨ ਲਈ ਹਰ ਦਿਨ ਜਿਮਖਾਨਾ ਗਰਾਊਂਡ ਦੇ ਵਿੱਚ ਜਾਣਾ ਪੈਂਦਾ ਸੀ। ਬਟ ਇਟ ਪ੍ਰੂਵਡ ਐਨ ਅਨਲੱਕੀ ਪ੍ਰਾਈਜ਼, ਇਸ ਤਰ੍ਹਾਂ ਉਹ ਜਿਹੜਾ ਪ੍ਰਾਈਜ਼ ਸੀ ਉਹਦੇ ਲਈ ਅਨਲੱਕੀ ਸਾਬਿਤ ਹੋਇਆ। ਇਟ ਬਿਕੇਮ ਦ ਬਿਗਨਿੰਗ ਆਫ ਦ ਨਰੇਟਰਸ ਟਰਬਲ, ਹੁਣ ਉਹਦੀ ਪ੍ਰੋਬਲਮਸ ਦੀ ਸ਼ੁਰੂਆਤ ਹੋ ਚੁੱਕੀ ਸੀ। ਹੀ ਹੈਡ ਟੂ ਐਗਰੀ to pay rent to the municipal committee for keeping the engine in the gymkhana grounds, municipal committee ਨੂੰ ਵੀ ਉਸਨੂੰ ਪੇ ਕਰਨਾ ਪੈਂਦਾ ਸੀ ਰੈਂਟ, ਤਾਂ ਕਿ ਜਿਮਖਾਨਾ ਗਰਾਊਂਡ ਦੇ ਵਿੱਚ ਉਹ ਆਪਣੇ ਇੰਜਨ ਨੂੰ ਰੱਖ ਸਕੇ, ਕਿਉਂਕਿ ਉਹ ਜੋ ਜਗ੍ਹਾ ਸੀ ਜਿਮਖਾਨਾ ਗਰਾਊਂਡ ਉਹ ਮੁਨਸਿਪਲ ਕਮੇਟੀ ਦੇ ਅੰਡਰ ਆਉਂਦੀ ਸੀ, ਔਰ ਜੋ ਸ਼ੋਅਮੈਨ ਸੀ ਉਸਨੇ ਉੱਥੇ ਆਪਣੀ ਸਰਕਸ ਕੰਪਨੀ ਲਗਾਉਣ ਦੇ ਲਈ ਮੁਨਸਿਪਲ ਕਮੇਟੀ ਨੂੰ ਰੈਂਟ ਦਿੱਤਾ ਹੋਇਆ ਸੀ। ਇਸ ਲਈ ਹੁਣ ਉਹ ਰੋਡ ਇੰਜਨ ਹੈਵੀ ਹੋਣ ਕਰਕੇ ਨਰੇਟਰ ਆਪਣੇ ਘਰ ਨਹੀਂ ਲੈ ਕੇ ਜਾ ਸਕਦਾ ਸੀ, ਤਾਂ ਉੱਥੇ ਹੀ ਰੱਖਣ ਕਰਕੇ ਉਹਨੂੰ ਮੁਨਸਿਪਲ ਕਮੇਟੀ ਨੂੰ ਉਸਦਾ ਰੈਂਟ ਪੇ ਕਰਨਾ ਪੈਂਦਾ ਸੀ। ਹੀ ਵਾਜ਼ ਅ ਪੂਅਰ ਮੈਨ, ਉਹ ਇੱਕ ਗਰੀਬ ਆਦਮੀ ਸੀ। The rent that he had to pay was an unwanted burden on him, ਜੋ ਕਿਰਾਇਆ ਹੁਣ ਉਸਨੂੰ ਰੋਡ ਇੰਜਨ ਦਾ ਪੇ ਕਰਨਾ ਪੈਂਦਾ ਸੀ ਉਹ ਉਹਦੇ ਉੱਤੇ ਇੱਕ ਅਣਚਾਹਿਆ ਬੋਝ ਸੀ। He had to pawn his wife's ornaments to tide over this financial difficulty, ਇਸ ਫਾਈਨੈਂਸ਼ੀਅਲ ਡਿਫਿਕਲਟੀ ਤੋਂ ਬਾਹਰ ਆਉਣ ਲਈ ਉਸਨੂੰ ਆਪਣੀ ਵਾਈਫ ਦੇ ਗਹਿਣੇ ਵੀ ਗਿਰਵੀ ਰੱਖਣੇ ਪਏ। She asked him to get rid of this unnecessary burden, ਉਸਦੀ ਵਾਈਫ ਨੇ ਉਸਨੂੰ ਕਿਹਾ ਕਿ ਇਸ unnecessary burden ਤੋਂ ਛੁਟਕਾਰਾ ਹਾਸਿਲ ਕਰ। The narrator offered to sell it to the secretary of the Cosmopolitan Club and also to the chairman of the municipal committee, ਨਰੇਟਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਇਸ ਨੂੰ ਕੋਸਮੋਪੋਲੀਟਨ ਕਲੱਬ ਦੇ ਸੈਕਰੇਟਰੀ ਜਾਂ ਮੁਨਸਿਪਲ ਕਮੇਟੀ ਦੇ ਚੇਅਰਮੈਨ ਨੂੰ ਇਹਨੂੰ ਵੇਚ ਦੇ। ਬੋਥ ਦੀਜ਼ ਮੈਨ ਰਿਫਿਊਜ਼ ਟੂ ਬਾਈ ਇਟ ਐਟ ਐਨੀ ਪ੍ਰਾਈਜ਼, ਬਟ ਉਹਨਾਂ ਦੋਨਾਂ ਨੇ ਕਿਸੇ ਵੀ ਕੀਮਤ 'ਤੇ ਇਸ ਨੂੰ ਖਰੀਦਣ ਤੋਂ ਮਨਾ ਕਰਤਾ। The municipal committee sent the narrator a notice telling him to remove his engine within 24 hours as a cattle fair was going to be held in the ਜਿਮਖਾਨਾ grounds, ਮੁਨਸਿਪਲ ਕਮੇਟੀ ਨੇ ਨਰੇਟਰ ਨੂੰ ਇੱਕ ਨੋਟਿਸ ਭੇਜਿਆ ਜਿਹਦੇ ਵਿੱਚ ਕਿਹਾ ਗਿਆ ਕਿ 24 ਘੰਟਿਆਂ ਦੇ ਅੰਦਰ ਉਹ ਉਸ ਇੰਜਨ ਨੂੰ ਜਿਮਖਾਨਾ ਗਰਾਊਂਡ ਦੇ ਵਿੱਚੋਂ ਹਟਾ ਦੇ, ਕਿਉਂਕਿ ਕੁਝ ਦਿਨਾਂ ਦੇ ਵਿੱਚ ਹੀ ਉੱਥੇ ਇੱਕ ਪਸ਼ੂ ਮੇਲਾ ਕੈਟਲ ਫੇਅਰ ਲੱਗਣ ਜਾ ਰਿਹਾ ਸੀ। ਹੀ ਫੈਲਟ ਅਪਸੈਟ, ਉਹ ਕਾਫੀ ਅਪਸੈਟ ਹੋਇਆ, ਕਾਫੀ ਪਰੇਸ਼ਾਨ ਹੋਇਆ। ਬਟ ਅ ਫਰੈਂਡ ਹੈਡ ਅ ਫੀਲਡ ਨੀਅਰ ਬਾਏ, ਪਰ ਉਸਦੇ ਇੱਕ ਦੋਸਤ ਦਾ ਖੇਤ ਨੇੜੇ ਹੀ ਸੀ। ਹੀ ਅਲਾਉਡ ਦਾ ਨਰੇਟਰ ਟੂ ਪਾਰਕ ਦਾ ਰੋਡ ਇੰਜਨ ਇਨ ਇਟ ਫॉर 2 months, ਉਸਨੇ ਨਰੇਟਰ ਨੂੰ ਪਰਮਿਸ਼ਨ ਦਿੱਤੀ ਕਿ ਉਹ 2 ਮਹੀਨਿਆਂ ਲਈ ਉਸ ਰੋਡ ਇੰਜਨ ਨੂੰ ਉਸਦੇ ਖੇਤ ਦੇ ਵਿੱਚ ਪਾਰਕ ਕਰ ਸਕਦਾ ਹੈ। ਬਟ ਦਾ ਨਰੇਟਰ ਕੁਡ ਨੋਟ ਫਾਈਂਡ ਐਨੀ ਮੈਨ who could handle a road engine, ਪਰ ਹੁਣ ਉਸਨੂੰ ਕੋਈ ਅਜਿਹਾ ਆਦਮੀ ਨਹੀਂ ਮਿਲ ਰਿਹਾ ਸੀ ਜੋ ਉਸ ਰੋਡ ਇੰਜਨ ਨੂੰ ਹੈਂਡਲ ਕਰ ਸਕੇ। At last the priest of the temple lent him the services of his elephant, ਅਖੀਰ 'ਚ ਮੰਦਿਰ ਦੇ ਪੁਜਾਰੀ ਨੇ ਉਸਨੂੰ ਐਲੀਫੈਂਟ ਦਿੱਤਾ ਤਾਂ ਕਿ ਉਹ ਐਲੀਫੈਂਟ ਦੇ ਥਰੂ ਉਸਨੂੰ ਰੋਡ ਇੰਜਨ ਨੂੰ ਫੀਲਡ ਤੱਕ ਲਿਜਾ ਸਕੇ। The narrator engaged 50 coolies to push the engine from behind, ਉਸਨੇ 50 ਕੁਲੀ
ਰੈਂਟ ਦੇ ਉੱਤੇ ਮਤਲਬ ਲਏ, ਜਿਨ੍ਹਾਂ ਨੂੰ ਉਸਨੇ ਪੇ ਕੀਤਾ ਤਾਂ ਕਿ ਉਹ ਪਿੱਛੋਂ ਇੰਜਨ ਨੂੰ ਧੱਕਾ ਦੇ ਸਕਣ। ਹੀ ਗੋਟ ਦ ਸਰਵਿਸਿਜ਼ ਆਫ ਜੋਸਫ a dismissed bus driver to steer the road engine। ਉਸਨੇ ਇੱਕ ਜੋਸਫ ਦੀ ਵੀ ਹੈਲਪ ਲਈ, ਜੋ ਕਿ ਇੱਕ ਮਤਲਬ ਕਿ ਬੱਸ ਡਰਾਈਵਰ ਸੀ, ਬਟ ਹੁਣ ਉਹ ਵਰਕ ਨਹੀਂ ਕਰ ਰਿਹਾ ਸੀ, ਉਹਨੂੰ ਡਿਸਮਿਸ ਕੀਤਾ ਗਿਆ ਸੀ ਤਾਂ ਕਿ ਉਹ ਰੋਡ ਇੰਜਨ ਨੂੰ ਚਲਾ ਸਕੇ। all these arrangements cost him a good amount of money। ਇਹ ਸਭ ਅਰੇਂਜਮੈਂਟਸ ਕਰਨ ਦੇ ਵਿੱਚ ਉਸਦਾ ਕਾਫੀ ਸਾਰਾ ਪੈਸਾ ਖਰਚ ਹੋ ਗਿਆ। Large crowds had gathered to see this strange sight of an elephant drawing a road engine by means of ropes। ਕਾਫੀ ਜ਼ਿਆਦਾ ਲੋਕ ਸੜਕਾਂ ਦੇ ਉੱਤੇ ਇਕੱਠੇ ਹੋਏ ਇਸ ਅਜੀਬ ਜਿਹੇ ਦ੍ਰਿਸ਼ ਨੂੰ ਦੇਖਣ ਲਈ ਕਿ ਕਿਸ ਤਰ੍ਹਾਂ ਇੱਕ ਰੋਡ ਇੰਜਨ ਨੂੰ ਕਈ ਰੱਸੀਆਂ ਦੀ ਹੈਲਪ ਦੇ ਨਾਲ ਇੱਕ ਹਾਥੀ ਦੁਆਰਾ ਖਿੱਚਿਆ ਜਾ ਰਿਹਾ ਹੈ। The engine moved out of the ਜਿਮਖਾਨਾ grounds। ਜਿਮਖਾਨਾ ਗਰਾਊਂਡ ਦੇ ਵਿੱਚੋਂ ਇੰਜਨ ਨੂੰ ਉੱਥੋਂ ਹਟਾਇਆ ਗਿਆ। But as it came on the road leading to the field, it began to move in a zigzag way। but ਜਿਵੇਂ ਹੀ ਇਹਨੂੰ ਸੜਕ ਤੋਂ ਖੇਤਾਂ ਦੇ ਵਿੱਚ ਲਿਜਾਇਆ ਗਿਆ, ਇਸਨੇ zigzag way ਦੇ ਵਿੱਚ ਹਿੱਲਣਾ ਸ਼ੁਰੂ ਕਰਤਾ। The elephant, the coolies and the steersman pushed it in different directions। ਐਲੀਫੈਂਟ, ਕੁਲੀਜ਼ ਔਰ ਸਟੀਰਮੈਨ ਨੇ, ਜੋ ਕਿ ਜੋਸਫ ਸੀ, ਇਹਨੂੰ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ। ਦਿਸ ਬਲਾਈਂਡ ਐਪਲੀਕੇਸ਼ਨ ਆਫ ਫੋਰਸ ਪੁਸ਼ਡ ਦ ਇੰਜਨ ਅਗੇਂਸਟ ਏ ਕੰਪਾਊਂਡ ਬੋਲ। ਇਸ ਤਰ੍ਹਾਂ ਜੋ ਸਭ ਨੇ ਮਤਲਬ ਕੋਸ਼ਿਸ਼ ਕੀਤੀ, ਕਿਸੇ ਨੇ ਆਪਣੀ ਤਰਫ ਔਰ ਕਿਸੇ ਨੇ ਆਪਣੀ ਤਰਫ ਖਿੱਚਣ ਦੀ, ਤਾਂ ਇਹ ਰੋਡ ਇੰਜਨ ਨਾਲ ਲੱਗਦੀ ਇੱਕ ਦੀਵਾਰ ਦੇ ਵਿੱਚ ਜਾ ਕੇ ਵੱਜਿਆ। ਅ ਪੋਰਸ਼ਨ ਆਫ ਦਿਸ ਵॉल ਵਾਜ਼ ਸਮੈਸ਼ਡ। ਉਸ ਦੀਵਾਰ ਦਾ ਕੁਝ ਹਿੱਸਾ ਮਤਲਬ ਖਰਾਬ ਹੋ ਗਿਆ। ਦ ਐਲੀਫੈਂਟ ਕਿਕਡ ਅਗੇਂਸਟ ਅਨਦਰ ਪੋਰਸ਼ਨ ਆਫ ਦ ਵॉल। ਜੋ ਹਾਥੀ ਸੀ, ਜੋ ਉਸਨੂੰ ਖਿੱਚ ਰਿਹਾ ਸੀਗਾ, ਉਸਨੇ ਉਹ ਵੀ ਦੀਵਾਰ ਦੇ ਇੱਕ ਪੋਰਸ਼ਨ ਦੇ ਵਿੱਚ ਜਾ ਕੇ ਵੱਜਿਆ। ਐਂਡ ਬ੍ਰੋਕ ਇਟ ਇਨਟੂ ਪੀਸਿਸ। ਔਰ ਦੀਵਾਰ ਦੇ ਟੁਕੜੇ ਹੋ ਗਏ। ਦ ਕੁਲੀਜ਼ ਰੇਨ ਅਵੇ ਇਨ ਪੈਨਿਕ। ਜੋ ਕੁਲੀ ਸੀਗੇ, 50 ਕੁਲੀ ਉਸਨੇ ਰੈਂਟ 'ਤੇ ਮਤਲਬ ਹਾਇਰ ਕੀਤੇ ਸੀ, ਉਹ ਵੀ ਡਰ ਦੇ ਮਾਰੇ ਭੱਜ ਗਏ। The angry owner of the wall slapped the narrator in the face। ਜੋ ਉਸ ਦੀਵਾਰ ਦਾ ਮਾਲਿਕ ਸੀ, ਉਹਨੇ ਗੁੱਸੇ ਦੇ ਵਿੱਚ ਆ ਕੇ ਨਰੇਟਰ ਨੂੰ ਥੱਪੜ ਮਾਰਿਆ। The narrator had to spend some time in the police lockup। ਕੁਛ ਟਾਈਮ ਨਰੇਟਰ ਨੂੰ ਪੁਲਿਸ ਲੌਕਅਪ ਦੇ ਵਿੱਚ ਵੀ ਗੁਜ਼ਾਰਨਾ ਪਿਆ। His wife threatened to leave him। ਉਸ ਦੀ ਵਾਈਫ ਨੇ ਉਸ ਨੂੰ ਛੱਡ ਕੇ ਜਾਣ ਦੀ ਧਮਕੀ ਦਿੱਤੀ। He had no money to pay his creditors। ਜੋ ਜਿਨ੍ਹਾਂ ਦਾ ਕਰਜ਼ਾ ਹੁਣ ਉਸ ਦੇ ਉੱਪਰ ਸੀ, ਉਹਨਾਂ ਨੂੰ ਪੇ ਕਰਨ ਲਈ ਨਰੇਟਰ ਕੋਲੇ ਹੁਣ ਕੁਝ ਵੀ ਨਹੀਂ ਸੀ। A swami came to the town to give an exhibition of his yogic feats। ਕੁਝ ਦਿਨਾਂ ਬਾਅਦ ਇੱਕ ਸਵਾਮੀ ਉਹਨਾਂ ਦੇ ਟਾਊਨ ਦੇ ਵਿੱਚ ਆਪਣੇ ਜੋ ਯੋਗ ਦੇ ਕਰਤੱਵ ਸੀ, ਖੇਲ ਸੀ, ਉਹਨਾਂ ਦੀ ਐਗਜੀਬਿਸ਼ਨ ਲੈ ਕੇ ਆਇਆ। In the presence of a large gathering in the town hall, he swallowed pieces of glass of a large gathering, drank acids and buried himself underground। ਕਾਫੀ ਜ਼ਿਆਦਾ ਲੋਕਾਂ ਦੀ ਪ੍ਰੈਜ਼ੈਂਸ ਦੇ ਵਿੱਚ ਟਾਊਨ ਹਾਲ ਦੇ ਵਿੱਚ ਉਸਨੇ ਗਲਾਸ ਦੇ ਟੁਕੜੇ, ਤੇਜ਼ਾਬ ਔਰ ਕੁਛ ਆਪਣੇ ਆਪ ਮਤਲਬ ਤੇਜ਼ਾਬ ਔਰ ਗਲਾਸ ਦੇ ਟੁਕੜੇ ਨਿਗਲ ਲਏ ਔਰ ਅੰਡਰਗਰਾਊਂਡ ਹੋ ਕੇ ਆਪਣੇ ਆਪ ਨੂੰ ਜਲਾ ਲਿਆ। ਐਟ ਦਾ ਐਂਡ ਆਫ ਦਾ ਪਰਫੋਰਮੈਂਸ ਦੀ ਅਖੀਰ ਦੇ ਵਿੱਚ ਹੀ ਡਿਲੀਵਰਡ ਅ ਸਪੀਚ। ਉਸਨੇ ਇੱਕ ਸਪੀਚ ਵੀ ਦਿੱਤੀ। ਹੀ ਰਿਮਾਰਕਡ ਦੈਟ ਹੀ ਵਾਜ਼ ਸਰਵਿੰਗ ਹਿਊਮੈਨਿਟੀ ਐਂਡ ਕੈਰਿੰਗ ਹਿਜ਼ ਮਾਸਟਰਸ ਮੈਸੇਜ ਟੂ ਦ ਪੀਪਲ। ਉਸਨੇ ਲੋਕਾਂ ਨੂੰ ਦੱਸਿਆ ਕਿ ਉਹ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਔਰ ਆਪਣੇ ਮਾਲਿਕ ਦੇ ਮੈਸੇਜ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਹੈ। He asked the municipal chairman to bring a road engine which he would drive over his chest। ਉਸਨੇ ਮਿਊਨਿਸਪਲ ਚੇਅਰਮੈਨ ਨੂੰ ਕਿਹਾ ਕਿ ਉਸ ਦੇ ਲਈ ਇੱਕ ਰੋਡ ਇੰਜਨ ਦਾ ਇੰਤਜ਼ਾਮ ਕੀਤਾ ਜਾਵੇ, ਜਿਸ ਨੂੰ ਉਹ ਆਪਣੀ ਛਾਤੀ ਦੇ ਉੱਤੇ ਚਲਾ ਕੇ ਦਿਖਾਏਗਾ। The narrator offered the swami his engine। ਨਰੇਟਰ ਨੇ ਸਵਾਮੀ ਨੂੰ ਆਪਣਾ ਰੋਡ ਇੰਜਨ ਆਫਰ ਕੀਤਾ। The spectators moved to the compound wall। ਜੋ ਦਰਸ਼ਕ ਸੀ ਉਹ ਸਾਰੇ ਨਾਲ ਲੱਗਦੀ ਦੀਵਾਰ ਕੋਲ ਖੜੇ ਹੋ ਗਏ। The swami placed one pillow near his head and another at his feet। ਸਵਾਮੀ ਨੇ ਇੱਕ ਤਕੀਆ, ਇੱਕ ਪਿੱਲੋ ਆਪਣੇ ਸਿਰ ਦੇ ਨੀਚੇ ਔਰ ਇੱਕ ਆਪਣੇ ਪੈਰਾਂ ਦੇ ਨੀਚੇ ਰੱਖਿਆ।
ਹੀ ਮੇਡ ਅ ਚੌਕ ਮਾਰਕ ਔਨ ਹਿਜ਼ ਚੈਸਟ। ਫਿਰ ਉਸਨੇ ਇੱਕ ਚੌਕ ਦੇ ਨਾਲ ਆਪਣੀ ਛਾਤੀ ਦੇ ਉੱਤੇ ਨਿਸ਼ਾਨ ਲਗਾਇਆ। ਐਂਡ ਇੰਸਟਰਕਟਡ ਹਿਜ਼ ਅਸਿਸਟੈਂਟ ਟੂ ਡਰਾਈਵ ਦ ਇੰਜਨ ਓਵਰ ਹਿਜ਼ ਚੈਸਟ। ਔਰ ਆਪਣੇ ਅਸਿਸਟੈਂਟ ਆਪਣੇ ਹੈਲਪਰ ਨੂੰ ਇੰਸਟਰਕਸ਼ਨਸ ਦਿੱਤੇ ਕਿ ਕਿਸ ਜਗ੍ਹਾ ਦੇ ਉੱਤੇ ਛਾਤੀ ਦੇ ਉੱਤੇ ਉਸਨੇ ਇੰਜਨ ਨੂੰ ਡਰਾਈਵ ਕਰਨਾ। The engine was about to move with the police inspector appeared on the spot। ਇੰਜਨ ਮੂਵ ਕਰਨ ਹੀ ਵਾਲਾ ਸੀ ਕਿ ਅਚਾਨਕ ਉੱਥੇ ਇੱਕ ਪੁਲਿਸ ਇੰਸਪੈਕਟਰ appeared ਮਤਲਬ ਹਾਜ਼ਰ ਹੋਇਆ। The inspector brought orders from the magistrate of the town। ਸ਼ਹਿਰ ਦਾ ਜੋ ਜੱਜ ਸੀ, ਮੈਜਿਸਟ੍ਰੇਟ ਸੀ, ਇੰਸਪੈਕਟਰ ਉਹਨਾਂ ਦੇ ਆਰਡਰਸ ਲੈ ਕੇ ਆਏ। These orders laid down that the Swami could not drive the engine over his chest। ਉਹਨਾਂ ਆਰਡਰਸ ਦੇ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਜੋ ਸਵਾਮੀ ਹੈ ਉਹ ਆਪਣੀ ਚੈਸਟ ਦੇ ਉੱਤੇ ਇੰਜਨ ਨਹੀਂ ਚਲਾ ਸਕਦੇ। The Swami became very angry and decided to leave the place at once। ਸਵਾਮੀ ਜੀ ਨੂੰ ਕਾਫੀ ਗੁੱਸਾ ਆਇਆ ਔਰ ਉਹਨਾਂ ਨੇ ਗੁੱਸੇ ਦੇ ਵਿੱਚ ਸ਼ਹਿਰ ਛੱਡ ਕੇ ਜਾਣ ਦਾ ਡਿਸਾਈਡ ਕੀਤਾ। The narrator requested the Swami's assistant to drive the road engine to the field। ਨਰੇਟਰ ਨੇ ਸਵਾਮੀ ਜੀ ਦੇ ਅਸਿਸਟੈਂਟ ਨੂੰ ਕਾਫੀ ਰਿਕੁਐਸਟ ਕੀਤੀ ਕਿ ਵਾਪਸ ਉਸ ਇੰਜਨ ਨੂੰ ਖੇਤਾਂ ਦੇ ਵਿੱਚ ਮਤਲਬ ਡਰਾਈਵ ਕਰਿਆਨ। ਬਟ ਦਾ ਅਸਿਸਟੈਂਟ ਰਿਫਿਊਜ਼ ਟੂ ਓਬਲਾਈਜ਼ ਹਿਮ। ਪਰ ਅਸਿਸਟੈਂਟ ਨੇ ਉਸਦੀ ਇੱਕ ਵੀ ਗੱਲ ਨਹੀਂ ਮੰਨੀ। ਦਾ ਨਰੇਟਰ ਵਾਜ਼ ਪਜ਼ਲਡ। ਹੁਣ ਨਰੇਟਰ ਕਾਫੀ ਪਜ਼ਲਡ ਹੈ, ਕਾਫੀ ਉਲਝਿਆ ਹੋਇਆ ਹੈ। ਹੀ ਡਿਡ ਨੋਟ ਸੀ ਐਨੀ ਵੇ ਆਊਟ ਫਰੋਮ ਹਿਜ਼ ਡਿਫੀਕਲਟੀਜ਼। ਉਸਨੂੰ ਕੋਈ ਰਾਸਤਾ ਨਜ਼ਰ ਨਹੀਂ ਆ ਰਿਹਾ ਆਪਣੀ ਮੁਸੀਬਤਾਂ ਦੇ ਵਿੱਚੋਂ ਨਿਕਲਣ ਦਾ। ਹੀ ਪਲੈਨ ਟੂ ਰਨ ਅਵੇ ਫਰੋਮ ਦਾ ਟਾਊਨ। ਉਸਨੇ ਸੋਚਿਆ ਕਿ ਮੈਂ ਸ਼ਹਿਰ ਦੇ ਵਿੱਚੋਂ ਹੀ ਚਲਾ ਜਾਣਾ ਹੈ। ਬਟ ਨੇਚਰ ਕੇਮ ਟੂ ਹਿਜ਼ ਰੈਸਕਿਊ। ਪਰ ਕੁਦਰਤ ਉਸਦੇ ਬਚਾਵ ਦੇ ਵਿੱਚ ਆਈ। ਵਨ ਨਾਈਟ ਐਨ ਅਰਥਕੁਏਕ ਸ਼ੌਕ ਦਾ ਟਾਊਨ। ਇੱਕ ਰਾਤ ਪੂਰੇ ਸ਼ਹਿਰ ਨੂੰ ਇੱਕ ਅਰਥਕੁਏਕ ਨੇ, ਇੱਕ ਭੂਕੰਪ ਨੇ ਹਿਲਾਤਾ। ਨੈਕਸਟ ਮੋਰਨਿੰਗ ਦ ਨਰੇਟਰ ਫਾਊਂਡ ਦ ਇੰਜਨ ਇਨ ਅ ਡਿਸਯੂਜ਼ਡ ਵੈਲ। ਅਗਲੇ ਦਿਨ ਉਸਨੇ ਦੇਖਿਆ ਕਿ ਉਸਦਾ ਜੋ ਇੰਜਨ ਹੈ ਉਹ ਇੱਕ ਖੂਹ ਦੇ ਵਿੱਚ ਗਿਰਿਆ ਹੋਇਆ ਹੈ ਜੋ ਕਿ ਡਿਸਯੂਜ਼ਡ ਹੈ, ਜੋ ਕਿ ਬਿਲਕੁਲ ਵੀ ਯੂਜ਼ੇਬਲ ਨਹੀਂ ਹੈਗਾ। ਦ ਓਨਰ ਆਫ ਦ ਵੈਲ ਕੇਮ ਟੂ ਥੈਂਕ ਹਿਮ। ਉਸ ਖੂਹ ਦਾ ਮਾਲਿਕ ਉਸਨੂੰ ਥੈਂਕਸ ਕਰਨ ਲਈ ਆਇਆ ਕਿਉਂਕਿ ਉਹ ਜੋ ਵੈਲ ਸੀ ਉਹ ਅਨਯੂਜ਼ਡ ਸੀ, ਉਸਨੂੰ ਉਹ ਨਹੀਂ ਭਰਵਾ ਸਕਦਾ ਸੀਗਾ, ਬੰਦ ਨਹੀਂ ਕਰਵਾ ਸਕਦਾ ਸੀ। ਬਟ ਰੋਡ ਇੰਜਨ ਗਿਰਨ ਕਰਕੇ ਉਹਦਾ ਇਹ ਕੰਮ ਵੀ ਆਸਾਨ ਹੋ ਗਿਆ। ਇਟ ਵਾਜ਼ ਦ ਮੈਨ whose compound wall had been shattered by the road engine and the elephant। ਇਹ ਉਹੀ ਆਦਮੀ ਸੀ ਜਿਸ ਦੀ ਦੀਵਾਰ ਉਸ ਰੋਡ ਇੰਜਨ ਕਰਕੇ ਔਰ ਉਸ ਹਾਥੀ ਕਰਕੇ ਪੂਰੀ ਤਰ੍ਹਾਂ ਟੁੱਟ ਗਈ ਸੀ। ਦ ਇੰਜਨ ਹੈਡ ਕੰਪਲੀਟਲੀ ਕਵਰਡ ਦੈਟ ਡਰਟੀ ਵੈਲ। ਇੰਜਨ ਦੀ ਵਜ੍ਹਾ ਨਾਲ ਉਹ ਗੰਦਾ ਖੂਹ ਹੁਣ ਬਿਲਕੁਲ ਪੂਰੀ ਤਰ੍ਹਾਂ ਭਰ ਚੁੱਕਿਆ ਸੀ। ਦ ਓਨਰ ਹੈਡ ਬੀਨ ਸੇਵਡ ਫਰੋਮ ਦ ਟਰਬਲ ਆਫ ਕਵਰਿੰਗ ਇਟ। ਹੁਣ ਉਹ ਉਸਨੂੰ ਭਰਨ ਦੇ ਖਰਚੇ ਤੋਂ ਬਚ ਚੁੱਕਿਆ ਸੀ। ਮਤਲਬ ਹੁਣ ਉਸਨੂੰ ਉਹਦੇ ਵਿੱਚ ਮਿੱਟੀ ਪਵਾਉਣ ਦੀ ਜੋ ਮਤਲਬ ਖਰਚਾ ਸੀ ਉਹਨੂੰ ਨਹੀਂ ਦੇਣਾ ਪਊਗਾ। ਰੋਡ ਇੰਜਨ ਦੀ ਵਜ੍ਹਾ ਨਾਲ ਉਹ ਅਨਯੂਜ਼ਡ ਵੈਲ ਕੰਪਲੀਟਲੀ ਭਰ ਚੁੱਕਿਆ ਸੀ। ਹੀ ਐਗਰੀਡ ਟੂ ਬਿਲਡ ਦ ਵੋਲ ਹਿਮਸੈਲਫ। ਉਹ ਮੰਨ ਗਿਆ ਕਿ ਜੋ ਦੀਵਾਰ ਜੋ ਕੰਪਾਊਂਡ ਵੋਲ ਦੇ ਕਰਕੇ ਠੀਕ ਹੈ ਉਸਨੇ ਉਸਨੂੰ ਮਤਲਬ ਥੱਪੜ ਮਾਰਿਆ ਸੀ ਜਾਂ ਜਿਹਦੇ ਕਰਕੇ ਉਸਨੇ ਉਸਨੂੰ ਪੇ ਕੀਤਾ, ਉਹ ਉਸਨੂੰ ਖੁਦ ਰਿਪੇਅਰ ਕਰਵਾ ਲੂਗਾ। ਐਂਡ ਵਿਦਡਰੋ ਆਲ ਕੰਪਲੇਂਟਸ ਅਗੇਂਸਟ ਦ ਨਰੇਟਰ। ਔਰ ਤੇਰੇ ਖਿਲਾਫ ਜਿੰਨੀਆਂ ਵੀ ਪੁਲਿਸ 'ਚ ਮੈਨੇ ਕੰਪਲੇਂਟਸ ਕੀਤੀਆਂ ਨੇ ਉਹ ਸਭ ਨੂੰ ਵਾਪਸ ਲੈ ਲੂਗਾ। ਦ ਨਰੇਟਰ ਹੀਵਡ ਅ ਸਾਈਨ ਆਫ ਰਿਲੀਫ। ਨਰੇਟਰ ਨੇ ਸੁੱਖ ਦਾ ਸਾਹ ਲਿਆ। ਹਿਜ਼ ਟਰਬਲਸ ਐਂਡਡ। ਇਸ ਤਰ੍ਹਾਂ ਉਹਦੀ ਸਾਰੀ ਪ੍ਰੋਬਲਮ ਸੋਲਵ ਹੋ ਗਈਆਂ। ਇਸ ਲਈ ਕਿਹਾ ਜਾਂਦਾ ਹੈ ਕਿ ਕਈ ਵਾਰੀ ਆਪਾਂ ਜਿਸ ਚੀਜ਼ ਦੇ ਵਿੱਚ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸ਼ਾਇਦ ਉਹ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਵੀ ਦੇ ਸਕਦਾ ਹੈ। ਹੁਣ ਇਸ ਤੋਂ ਬਾਅਦ ਬੇਟਾ ਆਪਾਂ ਇਸ ਦਾ ਜੋ ਲੌਂਗ ਕੁਐਸਚਨ ਹੈ ਥੀਮ ਆਫ ਦਾ ਸਟੋਰੀ ਉਸਨੂੰ ਡਿਸਕਸ ਕਰਾਂਗੇ। R.K. Narayan's story Engine Trouble is based on the theme that sometimes in human affairs an event that should bring happiness and contentment brings instead pain and sorrow। ਇਹ ਸਟੋਰੀ ਜੋ ਇੰਜਨ ਬੇਸਡ ਸਟੋਰੀ ਹੈ R.K. ਨਾਰਾਇਣ ਦੀ ਲਿਖੀ ਹੋਈ, ਇਹ ਇਸ ਥੀਮ ਦੇ ਉੱਤੇ ਬੇਸਡ ਹੈ ਕਿ ਕਈ ਵਾਰੀ ਮਨੁੱਖ ਦੇ ਜੀਵਨ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਖੁਸ਼ੀ ਅਤੇ ਸੰਤੁਸ਼ਟੀ ਦੀ ਜਗ੍ਹਾ ਦੁੱਖ ਔਰ ਦਰਦ ਆ ਜਾਂਦਾ ਹੈ।
It reminds us of the old saying that man propose God dispose। ਇਹ ਸਾਨੂੰ ਇੱਕ ਪੁਰਾਣੀ ਕਹਾਵਤ ਹੈ ਉਸਨੂੰ ਯਾਦ ਕਰਾਉਂਦਾ ਹੈ ਕਿ ਜੋ ਭਗਵਾਨ ਕਰਨਾ ਚਾਹੁੰਦਾ ਉਹੀ ਹੁੰਦਾ ਹੈ, ਆਦਮੀ ਤਾਂ ਸਿਰਫ ਸੋਚਦਾ ਹੀ ਹੈ। The theme is illustrated through the experience of the narrator who happened to win a road engine as his lottery prize। जो थीम है उसनू दिखाया गया है एक मतलब एक करैक्टर है जो कि स्टोरी का नरेटर है उसके थ्रू जो कि रोड इंजन नू जितदा है एज अ लॉटरी प्राइज। ही ड्रीम्ड ऑफ अर्निंग अ गुड अमाउंट ऑफ मनी बाय सैलिंग इट। वो सपना सोचता है सपने लैंदा है कि इस इंजन नू बेच के वो काफ़ी सारा मतलब जो पैसे है वो हासिल करूँगा। हिज फ्रेंड्स थॉट दैट ही कुड मेक अ फ्यू थाउजेंड रुपी ईवन ही सोल्ड इट एज स्क्रैप आयरन। ਉਹਦੇ ਦੋਸਤ ਉਹਨੂੰ ਕਹਿੰਦੇ ਨੇ ਸੋਚਦੇ ਨੇ ਕਿ ਉਸਨੂੰ ਹਜ਼ਾਰਾਂ ਰੁਪਏ ਮਿਲ ਜਾਣਗੇ ਅਗਰ ਸਿਰਫ ਉਹ ਇਸ ਦਾ ਉੱਪਰਲਾ ਹਿੱਸਾ ਯਾਨੀ ਕਿ ਲੋਹੇ ਨੂੰ ਹੀ ਵੇਚਦਾ ਹੈ। He was confident that all his money problems were going to be solved। ਉਹ ਖੁਦ ਵੀ ਪੂਰਾ ਕੌਨਫੀਡੈਂਟ ਹੈ ਕਿ ਇਸ ਰੋਡ ਇੰਜਨ ਦੀ ਵਜ੍ਹਾ ਨਾਲ ਜੋ ਉਸਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਹੈ ਉਹ ਸਭ ਸੋਲਵ ਹੋ ਜਾਣਗੀਆਂ। However, soon he realized the bitter truth of life that human beings are very ignorant। ਪਰ ਜਲਦੀ ਹੀ ਉਸਨੂੰ ਜ਼ਿੰਦਗੀ ਦੇ ਇਸ ਸੱਚ ਦੇ ਨਾਲ ਸਾਹਮਣਾ ਕਰਨਾ ਪੈਂਦਾ ਹੈ ਕਿ ਜੋ ਮਨੁੱਖ ਹੈ ਉਹ ਕਿੰਨੇ ਭੋਲੇ ਔਰ ਇਗਨੋਰੈਂਟ ਹੈ। He says, how little did I guess that my troubles had just begun। ਕਹਿੰਦਾ ਮੈਨੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰੀਆਂ ਪ੍ਰੋਬਲਮਸ ਤਾਂ ਹਜੇ ਸ਼ੁਰੂ ਹੋਈਆਂ ਨੇ। द प्राइज़ caused him a lot of trouble। इस प्राइज़ लॉटरी प्राइज़ करके उसनू काफ़ी मुसीबतां दा सामना करना पिया। इट लैंडड हिम इन ग्रेटर फाइनैंशियल डिफिकल्टीज़ जिस दी वजह नाल उसनू काफ़ी फाइनैंशियल प्रॉब्लम्स का सामना करना पिया। ही बिकम अ लाफिंग स्टॉक टू द पीपल। वो लोगों लई एक हासी का पात्र बन के रह गया। बट लकली नेचर केम टू हिज रेस्क्यू। पर फिर कुदरत उसके बचाव दे विच आई। एंड अर्थक्वेक रोल्ड द इंजन इनटू अ डिसयूज्ड वैल। The owner of the well felt grateful and agreed to pay some money also to the narrator। जो ओनर सी वो उसनू थैंक्स किया उस ओनर ने उसनू नरेटर नू और बदले दे विच उसने उसनू कुछ मनी भी ऑफर की। द ट्रबल्स ऑफ द नरेटर केम टू एन एंड उसकी प्रॉब्लम सॉल्व होइयां अगेन इन एन अनएक्सपैक्टेड वे। फिर तो एक अजिहे तरीके नाल जिस बारे उसने सोचा भी नहीं सी। तो ये चैप्टर सीगा 3rd चैप्टर बीकॉम फर्स्ट ईयर का इंजन ट्रैवल जिस बारे आपां ने डिस्कस किया और प्लस उसके थीम बारे आपां ने डिस्कस किया। थैंक यू।